पिछले 1 साल तो इन्होंने प्रमोशन नहीं की जानबुझ के जी पोस्टां का समा साल सवा साल खाली रख के बहाना बना के जानबुझ के इन्होंने ਜਿਹੜੀਆਂ पोस्टां खत्म कीतियां। ਜਦੋਂ ਆਰਪੀ ਪਾਂਡਵ ਜੀ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਬੇਲੋੜੀਆਂ ਸੀਗੀਆਂ ਸਰਪਲਸ ਸੀਗੀਆਂ ਤਾਂ ਕੱਟੀਆਂ ਨੇ। ਜੇ ਬੇਲੋੜੀਆਂ ਜਿਹੜੀਆਂ ਪੋਸਟਾਂ ਪਈਆਂ ਸੀਗੀਆਂ ਇਹਨਾਂ ਨੇ ਹੁਣ ਦੱਸੋ ਵੀ ਜਿਹੜੀਆਂ ਅਧਿਕਾਰੀਆਂ ਦੀਆਂ ਪੋਸਟਾਂ ਉਹ ਕੋਈ ਪੋਸਟ ਨਹੀਂ ਇਹਨਾਂ ਨੇ ਕੱਟੀ। ਸਿਰਫ 8 ਪੋਸਟਾਂ ਐਕਸ਼ਨ ਦੀਆਂ ਕਿਹਾ ਵੀ ਕੱਟਾਂਗੇ ਉਹ ਵੀ ਆਉਣ ਵਾਲੇ ਫਿਊਚਰ 'ਚ। ਮਨਸ਼ਾ ਕੀ ਆ ਸਰਕਾਰ ਦੀ? ਮਨਸ਼ਾ ਸਰਕਾਰ ਦੀ ਤਾਂ ਇਹ ਹੈ ਵੀ ਹੁਣ ਇਹਨਾਂ ਨੇ ਜੋ ਕਿ ਸਾਡਾ ਬਿਜਲੀ ਬੋਰਡ ਹੈ 2020 ਬਿੱਲ ਜਿਹੜਾ ਸੈਂਟਰ ਸਰਕਾਰ ਲੈ ਕੇ ਆ ਰਹੀ ਹੈ ਉਹ ਕਹਿੰਦਾ ਵੀ ਇਹਨੂੰ ਪ੍ਰਾਈਵੇਟ ਕਰ ਦਿਓ। ਜਦੋਂ ਇਹ ਪੋਸਟਾਂ ਕੱਟੀਆਂ ਗਈਆਂ ਕੋਈ ਯੂਨੀਅਨ ਦੇ ਨਾਲ ਸਲਾਹ ਮਸ਼ਵਰਾ ਕੋਈ ਕਿਸੇ ਢੰਗ ਦਾ ਕੀਤਾ ਗਿਆ? ਕੋਈ ਪੁੱਛਿਆ ਗਿਆ ਕਿ ਕਿਹੜੀਆਂ ਪੋਸਟਾਂ ਜ਼ਿਆਦਾ ਕੰਮ ਵਾਲੀਆਂ ਲੋੜ ਨੇ? ਵਿਸ਼ਵਾਸ ਦਵਾਇਆ ਸੀ ਜਦੋਂ ਵੀ ਜਿਹੜੀਆਂ ਪੋਸਟਾਂ ਕੱਟੀਆਂ ਜਾਊਗੀਆਂ ਸਾਰੀਆਂ ਜਥੇਬੰਦੀਆਂ ਜੁਆਇੰਟ ਫੋਰਮ ਦੇ ਵਿੱਚ ਆਪਣੇ ਵਿਸ਼ਵਾਸ 'ਚ ਲੈ ਕੇ ਤਾਂ ਕੱਟੀਆਂ ਜਾਣਗੀਆਂ, ਪਰ ਕੱਟਣ ਲੱਗਿਆਂ ਨੇ ਸਰਕੂਲਰ ਕਰ ਦਿੱਤਾ। ਬਠਿੰਡਾ ਦੇ ਵਿੱਚ ਤਾਂ ਇਹ ਲੱਗਿਆ ਕਿ ਉੱਥੇ ਯੂਨਿਟ ਬਹੁਤ ਮਹਿੰਗੀ ਪੈਦਾ ਹੁੰਦੀ ਹੈ, ਇਸ ਕਰਕੇ ਪੁਰਾਣਾ ਹੋ ਗਿਆ ਸੀਗਾ, ਮਿਆਦ ਲੰਘ ਚੁੱਕੀ ਸੀਗੀ, ਇਸ ਕਰਕੇ ਬੰਦ ਕਰ ਰਹੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਸਰਕਾਰੀ ਥਰਮਲ ਪਲਾਂਟ ਦੀ ਬਿਜਲੀ ਮਹਿੰਗੀ ਪੈਂਦੀ ਹੋਵੇ। ਕੋਈ ਵੀ ਸਿੱਧ ਨਹੀਂ ਕਰ ਸਕਦਾ ਇਸ ਚੀਜ਼ ਨਹੀਂ ਪੁਰਾਣੇ ਹੋ ਗਏ ਹੋਣੇ ਨਾ? ਨਹੀਂ ਕੋਈ ਪੁਰਾਣੇ ਨਹੀਂ ਹੋਏ। ਪੁਰਾਣੇ ਦਾ ਬੰਦਾ ਵੀ ਹੋ ਗਿਆ 80 ਸਾਲ ਦਾ, ਉਹ ਕਿਉਂ ਸੀਐਮ ਪੀਐਮ ਬਣਦੇ ਬਾਕੀ ਲੋਕ? ਜਿਹੜੀਆਂ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਤਾਂ ਨੁਕਸਾਨ ਕੀ ਆ ਉਸ ਗੱਲ ਦਾ ਵੱਡਾ? ਤੁਹਾਡਾ ਵੱਡਾ ਨੁਕਸਾਨ ਸਾਡਾ ਮੁਲਾਜ਼ਮਾਂ ਦਾ ਹੈ ਜਿਨ੍ਹਾਂ ਨੂੰ 35 ਸਾਲ ਹੋ ਗਏ ਕੰਮ ਕਰਦਿਆਂ ਨੂੰ, ਉਹਨਾਂ ਦੀਆਂ ਪ੍ਰਮੋਸ਼ਨਾਂ ਖਤਮ ਹੋ ਗਈਆਂ ਜੀ। ਕਿਸੇ ਦਾ 1.5 ਸਾਲ ਰਹਿੰਦਾ, ਕਿਸੇ ਦਾ 2 ਸਾਲ ਰਹਿੰਦਾ, ਉਹ ਬਿਨਾਂ ਪ੍ਰਮੋਸ਼ਨਾਂ ਤੋਂ ਵਾਂਝੇ ਚਲੇ ਜਾਣ। ਜਦੋਂ ਬਿਜਲੀ ਮੰਤਰੀ ਸੀਗੇ ਆਪਣੇ ਗੁਰਜੀਤ ਰਾਣਾ ਜੀ, ਉਹਨਾਂ ਨੇ ਸਾਡੇ ਜਿਹੜੇ ਅਧਿਕਾਰੀਆਂ ਨੂੰ ਡਰਾ ਧਮਾ ਕੇ ਸਾਨੂੰ ਜਿਹੜੇ ਉਹ ਚੀਫ ਨੇ ਰਿਟਾਇਰ ਹੋ ਗਏ ਉਹ ਬਾਅਦ ਚ ਦੱਸ ਕੇ ਗਏ ਹੈ ਕਿ ਸਾਨੂੰ ਡੰਡੇ ਦੇ ਨਾਲ ਉਹ ਮੰਤਰੀ ਨੇ ਕਹਾਇਆ ਗਿਆ ਚੰਡੀਗੜ੍ਹ ਦੇ ਵਿੱਚ ਬੁਲਾ ਕੇ ਕਿ ਬੋਲੋ ਇੱਥੇ ਕਿ ਜਿਹੜੀ ਬਿਜਲੀ ਆ 11 ਰੁਪਏ ਯੂਨਿਟ ਪੈਂਦੀ ਹੈ। ਨਹੀਂ ਪੈਂਦੀ 11 ਰੁਪਏ ਸਾਡੀ ਜਿਹੜੀ ਬਿਜਲੀ ਆ 3.5 ਰੁਪਏ ਤੋਂ ਲੈ ਕੇ 4.5 ਰੁਪਏ ਪੈਂਦੀ ਹੈ। ਉਹ ਕਹਿੰਦੇ ਪੁਰਾਣੇ ਬੰਦੇ ਤਾਂ ਕੰਮ ਹੀ ਨਹੀਂ ਕਰਦੇ ਹੈਗੇ, ਬਸ ਧਰਨੇ ਹੜਤਾਲਾਂ ਤੱਕ ਕਿਸੇ। ਉਹ ਤਾਂ ਇਹ ਵੀ ਕਹਿੰਦੇ ਪੰਜਾਬ ਪੁਲਿਸ ਕੰਮ ਨਹੀਂ ਕਰਦੀ, ਬਿਜਲੀ ਬੋਰਡ ਕੰਮ ਨਹੀਂ ਕਰਦਾ, ਟੀਚਰ ਕੰਮ ਨਹੀਂ ਕਰਦਾ, ਲੈਕਚਰਰ ਕੰਮ ਨਹੀਂ ਕਰਦਾ। ਵੀ ਕੰਮ ਕੌਣ ਕਰਦਾ? ਕੰਮ ਮਨਪ੍ਰੀਤ ਜੀ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਰੋਪੜ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਵਿੱਚ ਤੇ ਅਸੀਂ ਉਸ ਦੇ ਮੇਨ ਗੇਟ ਦੇ ਅੱਗੇ ਖੜੇ ਹਾਂ। ਵੱਡੀ ਗੱਲ ਹੈ ਕਿ 1049 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਰੋਪੜ ਦੇ ਇਸ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ। ਇੰਨਾ ਹੀ ਨਹੀਂ, ਬਠਿੰਡਾ ਥਰਮਲ ਪਲਾਂਟ ਦੀਆਂ ਵੀ 2167 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਨਵੀਂ ਭਰਤੀ ਜਿਹੜੀ ਹੈ ਇਹਨਾਂ ਅਸਾਮੀਆਂ ਤੇ ਹੋਣੀ ਸੀਗੀ, ਹੁਣ ਉਹ ਨਹੀਂ ਹੋਵੇਗੀ। ਅਤੇ ਜਦੋਂ ਵਿਭਾਗ ਦੇ ਵੱਲੋਂ ਕੋਲੋਂ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਬੇਲੋੜੀਆਂ ਅਸਾਮੀਆਂ ਸੀਗੀਆਂ ਜਾਂ ਸਰਪਲਸ ਸੀਗੀਆਂ, ਇਸੇ ਕਰਕੇ ਖਤਮ ਕੀਤੀਆਂ ਨੇ। ਤੇ 6 ਯੂਨਿਟ ਇੱਥੇ ਚੱਲਦੇ ਸੀਗੇ ਪਰ ਹੁਣ 4 ਯੂਨਿਟ ਚੱਲਦੇ ਨੇ। ਗੱਲਬਾਤ ਕਰਾਂਗੇ, ਯੂਨੀਅਨ ਦੇ ਆਗੂ ਸਾਡੇ ਨਾਲ ਨੇ, ਕੀ ਕਹਿਣਾ ਉਹਨਾਂ ਦਾ ਕਿ ਜਿਹੜੀਆਂ 1049 ਅਸਾਮੀਆਂ ਖਤਮ ਕੀਤੀਆਂ ਨੇ, ਕਾਰਨ ਕੀ ਹੈ ਇਸ ਦਾ? ਸਰ ਕੀ ਨਾਮ ਹੈ ਤੁਹਾਡਾ, ਡੈਜ਼ਿਗਨੇਸ਼ਨ ਵੀ ਦੱਸ ਦਿਓ। ਮੈਂ ਕਮਲਜੀਤ ਸਿੰਘ ਜੀ, ਪ੍ਰਧਾਨ ਆਰਟੀਪੀ ਇੰਪਲਾਈ ਯੂਨੀਅਨ ਰੋਪੜ ਥਰਮਲ ਤੇ ਮੈਂਬਰ ਜੁਆਇੰਟ ਫੋਰਮ, ਕਨਵੀਨਰ ਥਰਮਲ ਕੋਆਰਡੀਨੇਸ਼ਨ ਕਮੇਟੀ। ਸਰਕਾਰ ਦਾ ਜੋ ਇਹ ਫੈਸਲਾ ਆਇਆ, ਵਿਭਾਗ ਦਾ ਜੋ ਇਹ ਫੈਸਲਾ ਆਇਆ, ਕੀ ਪ੍ਰਤੀਕਰਮ ਕੀ ਹੈ ਪਹਿਲਾਂ ਤੁਹਾਡਾ? ਪ੍ਰਤੀਕਰਮ ਇਹ ਹੈ ਜੀ, ਸਾਡੇ ਨਾਲ 30/9/2019 ਨੂੰ ਅਧਿਕਾਰੀਆਂ ਦੀ ਪੰਜਾਬ ਦੇ ਪਾਵਰਕੌਮ ਦੀ ਮੀਟਿੰਗ ਹੋਈ ਸੀਗੀ ਪਟਿਆਲੇ ਦੇ ਹੈੱਡ ਆਫਿਸ ਦੇ ਵਿੱਚ ਜੀ। ਚੇਅਰਮੈਨ ਦੀ ਪ੍ਰਧਾਨਗੀ ਦੇ ਅੰਡਰ ਉਹਨਾਂ ਨੇ ਸਾਨੂੰ ਉਦੋਂ ਵਿਸ਼ਵਾਸ ਦਵਾਇਆ। ਸਾਡੇ ਕੋਲੇ ਮਿੰਟਸ ਵੀ ਰਿਕਾਰਡ ਹੈਗੇ ਕਿ ਵੀ ਜਿਹੜੀਆਂ ਤੁਹਾਡੀਆਂ ਪੋਸਟ ਹੈ ਇਹ 30 ਜੂਨ 2020 ਤੱਕ ਅਸੀਂ 100% ਪ੍ਰਮੋਸ਼ਨਾਂ ਰੱਖ ਕੇ ਤੁਹਾਡੀਆਂ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ ਜੀ। ਪਰ ਸਾਨੂੰ ਇਹਨਾਂ ਨੇ ਧੋਖੇ 'ਚ ਰੱਖਿਆ। ਅੰਦਰ ਖਾਤੇ ਇਹਨਾਂ ਨੇ ਆਪਣੀ ਤਿਆਰੀ ਕੀਤੀ ਕਿ ਪੋਸਟਾਂ ਦਾ ਕੱਟਣ ਵੱਲ ਵੱਧ ਗਏ। ਪੋਸਟਾਂ ਜਿਹੜੀਆਂ ਕੱਟੀਆਂ ਉਹ ਜਾਣ ਬੁੱਝ ਕੇ ਇਹਨਾਂ ਨੇ ਇੱਕ ਸ਼ਰਤ ਰੱਖੀ ਵੀ 1 ਸਾਲ ਵਾਲੀਆਂ ਪੋਸਟਾਂ ਖਾਲੀ ਪਈਆਂ ਸੀ ਤਾਂ ਖਤਮ ਕੀਤੀਆਂ। ਪਿਛਲੇ 1 ਸਾਲ ਤੋਂ ਇਹਨਾਂ ਨੇ ਪ੍ਰਮੋਸ਼ਨ ਨਹੀਂ ਕੀਤੀ ਜਾਣ ਬੁੱਝ ਕੇ। ਪੋਸਟਾਂ ਦਾ ਸਮਾਂ ਸਾਲ ਸਵਾ ਸਾਲ ਖਾਲੀ ਰੱਖ ਕੇ ਬਹਾਨਾ ਬਣਾ ਕੇ ਜਾਣ ਬੁੱਝ ਕੇ ਇਹਨਾਂ ਨੇ ਜਿਹੜੀਆਂ ਪੋਸਟਾਂ ਖਤਮ ਕੀਤੀਆਂ। ਅਸੀਂ ਬੋਰਡ ਦੇ ਅਧਿਕਾਰੀਆਂ ਨੂੰ ਵਾਰ-ਵਾਰ ਚਿੱਠੀਆਂ ਲਿਖੀਆਂ ਸੀਗੀਆਂ, ਸਾਡੀਆਂ ਜਿਹੜੀਆਂ ਯੂਨੀਅਨ ਨੁਮਾਇੰਦੇ ਆ ਇਹਨਾਂ ਨਾਲ ਗੱਲਬਾਤ ਕਰਕੇ ਸਾਡਾ ਪੱਖ ਲਿਆਵੇ ਕਿਹੜੀਆਂ ਪੋਸਟਾਂ ਕੱਟਣੀਆਂ ਕਿਹੜੀਆਂ ਰੱਖਣੀਆਂ। ਪਰ ਜਦੋਂ ਆਰਪੀ ਪਾਂਡਵ ਜੀ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਬੇਲੋੜੀਆਂ ਸੀਗੀਆਂ ਸਰਪਲਸ ਸੀਗੀਆਂ ਤਾਂ ਕੱਟੀਆਂ ਨੇ। ਜੇ ਬੇਲੋੜੀਆਂ ਜਿਹੜੀਆਂ ਪੋਸਟਾਂ ਪਈਆਂ ਸੀਗੀਆਂ ਇਹਨਾਂ ਨੇ ਹੁਣ ਦੱਸੋ ਵੀ ਜਿਹੜੀਆਂ ਅਧਿਕਾਰੀਆਂ ਦੀਆਂ ਪੋਸਟਾਂ ਉਹ ਕੋਈ ਪੋਸਟ ਨਹੀਂ ਇਹਨਾਂ ਨੇ ਕੱਟੀ। ਸਿਰਫ 8 ਪੋਸਟਾਂ ਐਕਸ਼ਨ ਦੀਆਂ ਕਿਹਾ ਵੀ ਕੱਟਾਂਗੇ, ਉਹ ਵੀ ਆਉਣ ਵਾਲੇ ਫਿਊਚਰ 'ਚ। ਕਿਹੜੀਆਂ ਕੱਟੀਆਂ ਜ਼ਿਆਦਾ? ਕਿਹੜੀਆਂ ਕੱਟੀਆਂ ਜ਼ਿਆਦਾ? ਜਿਹੜੀਆਂ ਸਾਡੀਆਂ ਸੀ ਗਰੁੱਪ ਹੈ ਥੱਲੇ ਮੁਲਾਜ਼ਮ ਹੈ ਉਹਨਾਂ ਦੀਆਂ ਸਾਰੀਆਂ ਕੱਟੀਆਂ। ਕੰਮ ਨਹੀਂ ਸੀ ਕਰਦੇ ਉਹ, ਬੇਲੋੜੀਆਂ ਨੇ ਉਹ? ਨਹੀਂ ਬੇਲੋੜੀਆਂ ਨਹੀਂ ਹੈ ਜੀ, ਜਾਣ ਬੁੱਝ ਕੇ ਭਰੀਆਂ ਹੀ ਨਹੀਂ ਇਹਨਾਂ ਨੇ।
ਪ੍ਰਮੋਸ਼ਨਾਂ ਤੋਂ ਬੰਦਿਆਂ ਦਾ 35 ਸਾਲ ਹੋ ਗਏ ਕੰਮ ਕਰਦਿਆਂ ਨੂੰ। ਮਨਸ਼ਾ ਕੀ ਆ ਸਰਕਾਰ ਦੀ ਫਿਰ? ਮਨਸਾ ਸਰਕਾਰ ਦੀ ਤਾਂ ਇਹ ਹੈ ਵੀ ਹੁਣ ਇਹਨਾਂ ਨੇ ਜੋ ਕਿ ਸਾਡਾ ਬਿਜਲੀ ਬੋਰਡ ਹੈ 2020 ਬਿੱਲ ਜਿਹੜਾ ਸੈਂਟਰ ਸਰਕਾਰ ਲੈ ਕੇ ਆ ਰਹੀ ਹੈ, ਉਹ ਕਹਿੰਦਾ ਵੀ ਇਹਨੂੰ ਪ੍ਰਾਈਵੇਟ ਕਰ ਦਿਓ। ਉਹ ਪ੍ਰਾਈਵੇਟ ਦੇ ਵੱਲ ਜਿਹੜੇ ਇਹ ਤੁਰੇ ਹੋਏ ਆ, ਔਰ ਸਾਡੀਆਂ ਜਿਹੜੀਆਂ ਪੋਸਟਾਂ ਜਾਣਬੁੱਝ ਕੇ ਭਰ ਨਹੀਂ ਰਹੇ। ਅਧਿਕਾਰੀਆਂ ਦੀਆਂ ਪੋਸਟਾਂ ਜਿਉਂਦੀਆਂ ਤਿਉਂ ਆਏ ਮਹੀਨੇ ਪ੍ਰਮੋਸ਼ਨ ਹੋ ਕੇ ਭਰ ਲੈਂਦੇ ਆ, ਸਾਡੀਆਂ ਜਾਣਬੁੱਝ ਕੇ 1.5 ਸਾਲ ਤੋਂ ਖਾਲੀ ਪਈਆਂ। ਹੁਣ ਬਹਾਨਾ ਬਣਾ ਕੇ ਵੀ 1 ਸਾਲ ਤੋਂ ਖਾਲੀ ਪਈਆਂ ਤੇ ਜਾਣਬੁੱਝ ਕੇ ਇਹ ਪੋਸਟਾਂ ਜਿਹੜੀਆਂ ਉਹ ਕੱਟਤੀਆਂ। ਪਰ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਇੱਕ ਪੋਸਟ ਹੈ ਬੋਇਲਰ ਸੁਪਰਡੈਂਟ ਦੀ, ਜਿਹੜੀਆਂ ਕਿ ਇੱਥੇ 10-12 ਪੋਸਟਾਂ ਸੈਂਕਸ਼ਨ ਹੈ, ਉਹਨੂੰ ਪਿਛਲੇ 8 ਕੇ 10 ਸਾਲ ਹੋ ਗਏ ਖਾਲੀ ਪਈਆਂ ਨੂੰ। ਉਹਦਾ ਸਿੱਧੀ ਭਰਤੀ ਦੀਆਂ ਪੋਸਟ ਆ, ਉਹ ਨਾ ਕੋਈ ਇੱਥੇ ਬੰਦਾ ਹੈਗਾ ਨਾ ਪ੍ਰਮੋਟ ਹੋਣਾ। ਉਹ ਨਹੀਂ ਖਤਮ ਕੀਤੀਆਂ ਪੋਸਟਾਂ ਕੱਟੀਆਂ ਨੇ, ਉਹ ਰੱਖੀਆਂ ਕਿਉਂਕਿ ਉਹ ਇਹਨਾਂ ਦੀਆਂ ਗਜ਼ਟਡ ਦੀਆਂ ਪੋਸਟਾਂ। ਅੱਛਾ, ਜਦੋਂ ਬਾਈ ਤੁਹਾਡਾ ਕੀ ਨਾਮ ਹੈ, ਡੈਜ਼ਿਗਨੇਸ਼ਨ? ਸਰਜੀਤ ਸਿੰਘ। ਜਦੋਂ ਇਹ ਪੋਸਟਾਂ ਕੱਟੀਆਂ ਗਈਆਂ, ਕੋਈ ਯੂਨੀਅਨ ਦੇ ਨਾਲ ਸਲਾਹ ਮਸ਼ਵਰਾ ਕੋਈ ਕਿਸੇ ਢੰਗ ਦਾ ਕੀਤਾ ਗਿਆ? ਕੋਈ ਪੁੱਛਿਆ ਗਿਆ ਕਿ ਕਿਹੜੀਆਂ ਪੋਸਟਾਂ ਜ਼ਿਆਦਾ ਕੰਮ ਵਾਲੀਆਂ ਲੋੜ ਨੇ? ਵਿਸ਼ਵਾਸ ਦਵਾਇਆ ਸੀ ਜਦੋਂ ਵੀ ਜਿਹੜੀਆਂ ਪੋਸਟਾਂ ਕੱਟੀਆਂ ਜਾਊਗੀਆਂ ਸਾਰੀਆਂ ਜਥੇਬੰਦੀਆਂ ਜੁਆਇੰਟ ਫੋਰਮ ਦੇ ਵਿੱਚ ਆਪਣੇ ਵਿਸ਼ਵਾਸ 'ਚ ਲੈ ਕੇ ਤਾਂ ਕੱਟੀਆਂ ਜਾਣਗੀਆਂ। ਪਰ ਕੱਟਣ ਲੱਗਿਆਂ ਨੇ ਸਰਕੂਲਰ ਕਰ ਦਿੱਤਾ, ਕੋਈ ਉਹਨਾਂ ਨੂੰ ਵਿਸ਼ਵਾਸ 'ਚ ਨਹੀਂ ਲਿਆ, ਜਿਸ ਕਰਕੇ ਸਾਡੇ ਸਮੂਹ ਮੁਲਾਜ਼ਮਾਂ ਦੇ ਵਿੱਚ ਥਰਮਲ ਦੇ ਜਿੰਨੇ ਵੀ ਮੁਲਾਜ਼ਮ ਹੈ ਉਹਨਾਂ ਵਿੱਚ ਬਹੁਤ ਭਾਰੀ ਰੋਸ ਹੈ। ਤੇ ਅਸੀਂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਲੀਕ ਕੇ ਇਹਦੇ ਬਾਰੇ ਪ੍ਰੋਟੈਸਟ ਕਰੋਗੇ, ਇਸ ਦਾ ਵਿਰੋਧ? ਅੱਛਾ, ਬਠਿੰਡਾ ਵਾਲਾ ਤਾਂ ਬੰਦ ਹੀ ਕਰਤਾ ਜਿਹੜਾ ਥਰਮਲ ਪਲਾਂਟ ਹੈ, ਖਦਸ਼ਾ ਇਹ ਵੀ ਰੋਪੜ ਵੀ ਸ਼ਾਇਦ ਬੰਦ ਹੀ ਕਰ ਦੇਣ। ਦੇਖੋ, ਰੋਪੜ ਥਰਮਲ ਪਲਾਂਟ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੁਨੀਆ ਦਾ ਉਂਗਲੀਆਂ ਤੇ ਗਿਣਿਆ ਜਾਣ ਵਾਲਾ ਪਲਾਂਟ ਹੈ। ਇਹਦੇ ਵਿੱਚ ਬਹੁਤ ਵੱਡੀ ਔਰ ਬਹੁਤ ਮਹਿੰਗੀ ਪ੍ਰਾਪਰਟੀ ਹੈ ਪੰਜਾਬ ਰਾਜ ਬਿਜਲੀ ਬੋਰਡ ਦੀ, ਜਿਹੜੀ ਇਹਨਾਂ ਨੇ ਛਿਣ ਦੇ ਵਿੱਚ ਖਤਮ ਕਰਨ ਦਾ ਸੋਚ ਲਿਆ। ਉਹ ਤਾਂ ਬੰਦ ਕਰ ਚੁੱਕੇ ਆ, ਉਹਦੇ ਲਈ ਵੀ 9 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਆ, ਪ੍ਰੋਟੈਸਟ ਹੋਏ ਆ। ਉਹ ਤੋਂ ਬਾਅਦ ਇਹ ਯੂਨਿਟ ਹੈ ਜਿਹੜੇ 210 ਮੈਗਾਵਾਟ ਦੇ ਇੰਨੀ ਮਹਿੰਗੀ ਪ੍ਰਾਪਰਟੀ ਔਰ ਇਹ ਸਾਰਾ ਕੰਮ ਕਰਦੇ ਆ। ਹੁਣ ਤੱਕ ਇਹ ਵਾਧੂ ਬਿਜਲੀ ਪੈਦਾ ਕਰਨ ਦੇ ਨਾਲ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਪ੍ਰਾਈਜ਼ ਜਿੱਤਦਾ। ਬਠਿੰਡਾ ਦੇ ਵਿੱਚ ਤਾਂ ਇਹ ਲੱਗਿਆ ਕਿ ਉੱਥੇ ਯੂਨਿਟ ਬਹੁਤ ਮਹਿੰਗੀ ਪੈਦਾ ਹੁੰਦੀ ਹੈ, ਇਸ ਕਰਕੇ ਪੁਰਾਣਾ ਹੋ ਗਿਆ ਸੀਗਾ, ਮਿਆਦ ਲੰਘ ਚੁੱਕੀ ਸੀਗੀ, ਇਸ ਕਰਕੇ ਬੰਦ ਕਰ ਰਹੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਸਰਕਾਰੀ ਥਰਮਲ ਪਲਾਂਟ ਦੀ ਬਿਜਲੀ ਮਹਿੰਗੀ ਪੈਂਦੀ ਹੋਵੇ। ਕੋਈ ਵੀ ਸਿੱਧ ਨਹੀਂ ਕਰ ਸਕਦਾ ਇਸ ਚੀਜ਼ ਨੂੰ। ਮਨਪ੍ਰੀਤ ਬਾਦਲ ਨੇ ਔਨ ਰਿਕਾਰਡ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਮਹਿੰਗੀ ਪੈਂਦੀ ਆ। ਉਹਨੇ ਐਗਜ਼ਾਮਪਲ ਵੀ ਦਿੱਤੀ, ਕਹਿੰਦੇ ਜੇ ਮੇਰਾ ਜਾਊਂਗਾ ਪੈਟਰੋਲ ਦਾ ਵੱਧ ਤੇਲ ਫੂਕਦਾ ਤਾਂ ਮੈਂ ਜਾਊਂਗਾ, ਨਹੀਂ ਚਾਹੁੰਦਾ ਮੈਂ ਗੱਡੀ ਹੋਰ ਚਲਾਊਂਗਾ। ਮਨਪ੍ਰੀਤ ਜੀ ਕੋਈ ਟੈਕਨੀਕਲ ਬੰਦੇ ਨਹੀਂ ਹੈਗੇ, ਸੁਣੀ ਸੁਣਾਈ ਗੱਲ ਲੋਕਾਂ ਦੀ ਕਰਦੇ ਆ। ਜਿਹੜਾ ਮੁਲਾਜ਼ਮ ਇੱਕ ਅਨਸਕਿਲਡ ਇਲਟਰੇਟ ਵਰਕਰ ਲੱਗ ਕੇ ਬਾਰਡਰ ਕੰਟਰੋਲਰ ਜਾਂ ਐਸਜੀਓ ਬਣਿਆ, ਉਹਨੂੰ ਪਤਾ ਹੈ ਨਾ ਬਿਜਲੀ ਕਿੱਦਾਂ ਪੈਦਾ ਹੁੰਦੀ ਹੈ। ਸਾਨੂੰ ਪਤਾ ਇੱਥੇ ਬਿਜਲੀ ਕਿਸ ਚੀਜ਼ ਦੀ ਕਿਵੇਂ ਬਣਾਈ ਜਾਂਦੀ ਹੈ ਤੇ ਕਿਵੇਂ ਸਸਤੀ ਪੈਂਦੀ ਹੈ। ਕੀ ਰਾਜਪੁਰੇ ਪ੍ਰਾਈਵੇਟ ਥਰਮਲਾਂ ਦੀ ਬਿਜਲੀ ਸਸਤੀ ਪੈਂਦੀ ਹੈ? ਕਦੇ ਵੀ ਨਹੀਂ ਹੋ ਸਕਦਾ। ਉਹ ਵੀ ਹੱਥ ਖੜੇ ਕਰ ਚੁੱਕੇ ਆ, ਬਹੁਤ ਜਲਦੀ ਉਹ ਬਿੱਲੀ ਥੈਲਿਓਂ ਬਾਹਰ ਆ ਗਈ। ਉਹ ਵੀ ਹੱਥ ਖੜੇ ਕਰ ਗਏ ਕਿ ਅਸੀਂ ਇਹ ਪਲਾਂਟ ਨਹੀਂ ਚਲਾਉਣਾ। ਇਹਦੇ ਪਿੱਛੇ ਜੇ ਹੁਣ ਬਠਿੰਡੇ ਵਾਲਾ ਥਰਮਲ ਬੰਦ ਕੀਤਾ, ਉਹਨੂੰ ਕਹਿੰਦੇ ਅਸੀਂ ਪ੍ਰਾਪਰਟੀ ਹੋਰ ਤਰ੍ਹਾਂ ਉਹਨੂੰ ਵੇਚਾਂਗੇ, ਵਟਾਂਗੇ, ਫਾਇਦੇ ਚ ਲਵਾਂਗੇ, ਲੋਕਾਂ ਦੀ ਸਹੂਲਤ ਲਈ ਕੰਮ ਕਰਾਂਗੇ। ਇੱਥੇ ਬਹੁਤ ਜ਼ਮੀਨ ਹੈ, ਇੱਥੇ ਵੀ ਬਹੁਤ ਜ਼ਿਆਦਾ ਜ਼ਮੀਨ ਹੈ। ਸਰਕਾਰ ਪਤਾ ਨਹੀਂ ਕੀ ਸੋਚ ਰਹੀ ਹੈ, ਕਿੱਧਰ ਤੁਰੀ ਹੈ। ਸਸਤੇ ਭਾਅ ਤੇ ਜ਼ਮੀਨਾਂ ਲਈਆਂ ਹੋਈਆਂ, 5000 ਰੁਪਏ ਏਕੜ ਤੋਂ 10000 ਰੁਪਏ ਏਕੜ ਤੱਕ ਇੱਥੇ ਸਾਡੇ ਕੋਲ ਚੱਲ ਰਹੀ ਹੈ ਭਾਖੜਾ ਨਹਿਰ। ਇਸ ਵੈਲੀ ਦੇ ਨਾਲ ਲੱਗਦਾ ਸਤਲੁਜ ਦਰਿਆ, ਠੀਕ ਹੈ ਜੀ। ਇਹ ਬਹੁਤ ਉਪਜਾਊ ਜ਼ਮੀਨਾਂ ਸਸਤੇ ਭਾਅ 'ਚ ਲੈ ਕੇ ਜੇ ਕੋਈ ਲਾਉਣਾ ਹੀ ਹੈ ਨਵਾਂ, ਉਹ ਇੱਥੇ ਲਾ ਕੇ ਇਹਨਾਂ ਨੂੰ ਫਾਇਦਾ। ਪਰ 2 ਯੂਨਿਟਾਂ ਬੰਦ ਕਿਉਂ ਕੀਤੀਆਂ ਫਿਰ ਜੇ 6 ਚੱਲਦੀਆਂ ਸੀਗੀਆਂ? ਸਰਕਾਰ ਦੀ ਮਨਸ਼ਾ ਹੈ। ਨਹੀਂ, ਪੁਰਾਣੇ ਹੋ ਗਏ ਹੋਣੇ ਨਾ? ਨਹੀਂ, ਕੋਈ ਪੁਰਾਣੇ ਨਹੀਂ ਹੋਏ। ਪੁਰਾਣੇ ਦਾ ਬੰਦਾ ਵੀ ਹੋ ਗਿਆ 80 ਸਾਲ ਦਾ, ਉਹ ਕਿਉਂ ਸੀਐਮ ਪੀਐਮ ਬਣਦੇ ਆ ਬਾਕੀ ਲੋਕ? ਮਨਪ੍ਰੀਤ ਬਾਦਲ ਨੂੰ ਕੀ ਲੋੜ ਹੈ ਮੰਤਰੀ ਬਣਨ ਦੀ? ਮਸ਼ੀਨਰੀ ਦਾ ਤਾਂ ਫਰਕ ਹੁੰਦਾ ਨਾ, ਮਸ਼ੀਨਰੀ ਤੇ ਬੰਦੇ ਦਾ ਤਾਂ ਫਰਕ। ਨੋ ਸਾਰੀ ਮਸ਼ੀਨਰੀ ਨਵੀਂ ਆ। ਬਠਿੰਡੇ ਦੀ ਮਸ਼ੀਨਰੀ ਵੀ ਅੱਜ ਕੋਈ ਇਨਕੁਆਰੀ ਲਾ ਕੇ ਦੇਖ ਲਵੇ, ਸਾਰੀ ਦੀ ਸਾਰੀ ਨਵੀਂ ਹੈ। ਇਹ ਪਲਾਂਟ ਚੱਲਦਾ ਹੈ, ਸਸਤਾ ਪੈਂਦਾ ਹੈ। ਜੇ ਇੱਥੇ ਇਦਾਂ ਦਾ ਪਲਾਂਟ ਹੋਰ ਵੀ ਲਾ ਲਿਆ ਜਾਵੇ, ਰੋਡਾਂ ਵਿਛੀਆਂ ਹੋਈਆਂ, ਚੰਡੀਗੜ੍ਹ ਪੈਟਰਨ ਤੇ ਕਲੋਨੀਆਂ ਬਣੀਆਂ ਹੋਈਆਂ, ਦਫ਼ਤਰ ਬਣੇ ਹੋਏ ਆ, ਰੇਲਵੇ ਲਾਈਨਾਂ ਵਿਛੀਆਂ ਹੋਈਆਂ, ਇਸ ਲਈ ਇੱਥੇ ਤਾਂ ਉਂਝ ਵੀ ਪਲਾਟ ਲਾ ਲਿਓ ਵੀ ਫ੍ਰੀ ਚ ਪੈਂਦਾ। ਜਿਹੜੀਆਂ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਤਾਂ ਨੁਕਸਾਨ ਕੀ ਆ ਉਸ ਗੱਲ ਦਾ ਵੱਡਾ? ਤੁਹਾਡਾ ਵੱਡਾ ਨੁਕਸਾਨ ਸਾਡਾ ਮੁਲਾਜ਼ਮਾਂ ਦਾ ਹੈ, ਜਿਨ੍ਹਾਂ ਨੂੰ 35 ਸਾਲ ਹੋ ਗਏ ਕੰਮ ਕਰਦਿਆਂ ਨੂੰ। ਉਹਨਾਂ ਦੀਆਂ ਪ੍ਰਮੋਸ਼ਨਾਂ ਖਤਮ ਹੋ ਗਈਆਂ ਜੀ। ਕਿਸੇ ਦਾ 1.5 ਸਾਲ ਰਹਿੰਦਾ, ਕਿਸੇ ਦਾ 2 ਸਾਲ ਰਹਿੰਦਾ, ਉਹ ਬਿਨਾਂ ਪ੍ਰਮੋਸ਼ਨਾਂ ਤੋਂ ਵਾਂਝੇ ਚਲੇ ਜਾਣਗੇ। ਅੱਗੇ ਨੌਜਵਾਨਾਂ ਨੂੰ ਨਹੀਂ ਰੁਜ਼ਗਾਰ ਮਿਲਣਾ। ਅੱਗੇ ਜਿਹੜਾ ਸਾਡਾ ਭਵਿੱਖ ਹੈਗਾ ਨੌਜਵਾਨਾਂ ਦਾ, ਜਿਹੜਾ ਕਿ ਪਿੱਛੇ ਜਿਹੜੀ ਪੰਜਾਬ ਸਰਕਾਰ ਹੈ ਇਲੈਕਸ਼ਨਾਂ ਤੋਂ ਪਹਿਲਾਂ ਇਹਨੇ ਵਾਅਦਾ ਕਰਕੇ ਆਈ ਸੀ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ, ਨੌਕਰੀਆਂ ਦੇਵਾਂਗੇ। ਤੇ ਜਦੋਂ ਹੁਣ ਇਹ ਪੋਸਟਾਂ ਅੱਜ ਸਾਡੀਆਂ ਇੱਥੋਂ ਖਤਮ ਕਰਤੀਆਂ, ਬਠਿੰਡਾ ਖਤਮ ਕਰਤੀਆਂ, 40000 ਬਿਜਲੀ ਬੋਰਡ ਦੀ ਪੋਸਟ ਖਤਮ ਕਰ ਰਹੇ ਆ, ਮਾਸਟਰਾਂ ਦੀਆਂ ਹੋਰ ਅਦਾਰਿਆਂ ਦੀਆਂ ਕਰ ਰਹੇ ਆ, ਤੇ ਭਰਤੀ ਨਹੀਂ ਹੋਣੀ ਤੇ ਬੇਰੁਜ਼ਗਾਰੀ ਵਧਣੀ ਹੈਗੀ। ਫਿਰ ਯੂਨੀਅਨਾਂ ਦੀ ਕੋਈ ਨਹੀਂ ਸੁਣਦੇ ਹੈਗੇ ਤੁਹਾਡੇ? ਯੂਨੀਅਨਾਂ ਦੀ ਕੋਈ ਗੱਲ
ਤੁਹਾਡਾ ਇੱਕ ਹੈ ਵੈਸੇ ਯੂਨੀਅਨਾਂ ਦਾ, ਤਾਂ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਜਾਂ ਕੀ ਕਾਰਨ ਹੈ? ਜੁਆਇੰਟ ਫੋਰਮ ਹੈ ਪੰਜਾਬ ਦਾ, ਉਹ 80% ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦਾ ਹੈ। ਉਹਦੇ ਵਿੱਚ 9 ਜਥੇਬੰਦੀਆਂ ਕੰਮ ਕਰਦੀਆਂ। ਉਦੋਂ ਬੋਰਡ ਮੀਟਿੰਗ ਦਿੰਦਾ, ਪਰ ਵਾਅਦਾ ਕਰ ਲੈਂਦਾ, ਵਾਅਦਾ ਕਰਕੇ ਫੇਰ ਮੁੱਕਰ ਜਾਂਦੇ। ਸਾਡੇ ਕੋਲੇ ਮਿੰਟਸ ਰਿਕਾਰਡ ਹੈਗੇ ਜਿਹੜੇ ਇਹਨਾਂ ਨੇ ਮੰਨੇ ਹੋਈਆਂ ਮੰਗਾਂ, ਉਹ ਫੇਰ ਇਹਨਾਂ ਨੇ ਉਹ ਕਰਤੀਆਂ। ਜਿਹੜੀ ਤੁਸੀਂ ਗੱਲ ਕਰਦੇ ਹੋ ਬਿਜਲੀ ਮਹਿੰਗੀ ਦੀ, ਮਹਿੰਗੀ ਇੱਕ ਤਾਂ ਇਹ ਹੈ ਵੀ ਸਾਡੇ ਯੂਨਿਟ ਹੁਣ ਸਵੇਰੇ ਚਲਾ ਲਿਆ, ਇਹ ਸ਼ਾਮ ਨੂੰ 1:30 ਵਜੇ ਕਹਿੰਦੇ ਜੀ ਬੰਦ ਕਰ ਦਿਓ। ਹੁਣ ਇੱਕ ਵਾਰੀ ਯੂਨਿਟ ਲਾਈਟ ਅਪ ਕਰਨ ਤੇ 9 ਤੋਂ 10 ਲੱਖ ਰੁਪਏ ਦਾ ਤੇਲ ਲੱਗਦਾ ਹੈ ਸਟਾਰਟਿੰਗ ਦੇ ਵਿੱਚ। ਉਸ ਤੋਂ ਬਾਅਦ ਫਿਰ ਸਾਡਾ ਕੋਲਾ ਚੱਲਦਾ ਹੈ। ਜਿਹੜਾ ਇਹਨਾਂ ਨੇ ਕਿਹਾ ਵੀ ਜਦੋਂ ਬਿਜਲੀ ਮੰਤਰੀ ਸੀਗੇ ਆਪਣੇ ਗੁਰਜੀਤ ਰਾਣਾ ਜੀ, ਉਹਨਾਂ ਨੇ ਸਾਡੇ ਜਿਹੜੇ ਅਧਿਕਾਰੀਆਂ ਨੂੰ ਡਰਾ ਧਮਾ ਕੇ ਸਾਨੂੰ ਜਿਹੜੇ ਉਹ ਚੀਫ ਨੇ ਰਿਟਾਇਰ ਹੋ ਗਏ, ਉਹ ਬਾਅਦ ਚ ਦੱਸ ਕੇ ਗਏ ਹੈ ਕਿ ਸਾਨੂੰ ਡੰਡੇ ਦੇ ਨਾਲ ਉਹ ਮੰਤਰੀ ਨੇ ਕਹਾਇਆ ਗਿਆ ਚੰਡੀਗੜ੍ਹ ਦੇ ਚ ਬੁਲਾ ਕੇ ਕਿ ਬੋਲੋ ਇੱਥੇ ਕਿ ਜਿਹੜੀ ਬਿਜਲੀ ਹੈ 11 ਰੁਪਏ ਯੂਨਿਟ ਪੈਂਦੀ ਹੈ। ਨਹੀਂ ਪੈਂਦੀ 11 ਰੁਪਏ ਯੂਨਿਟ। ਸਾਡੀ ਜਿਹੜੀ ਬਿਜਲੀ ਆ 3.5 ਰੁਪਏ ਤੋਂ ਲੈ ਕੇ 4.5 ਰੁਪਏ ਪੈਂਦੀ ਹੈ। ਉਹ ਵੀ ਜੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜੇ ਯੂਨਿਟ ਸਟਾਰਟ ਹੋ ਗਿਆ ਤਾਂ ਉਹਨੂੰ ਚੱਲਦਾ ਰੱਖੇ ਜਾਵੇ, ਤਾਂ ਫਿਰ ਉਹ ਜਿਹੜਾ ਸ਼ੁਰੂਆਤੀ ਪੈਸੇ ਖਰਚ ਹੁੰਦੇ ਨੇ 8-9 ਲੱਖ ਉਹ ਨਹੀਂ ਹੋਣਗੇ। ਨਹੀਂ, ਜੇ ਉਹ ਵਾਲੇ ਇਹ ਲਗਾਤਾਰ ਚਾਲੂ ਕਰਨ, ਹੁਣ ਇਹ ਤਾਂ ਇਹ ਕਰਦੇ ਆ ਵੀ ਯੂਨਿਟ ਸਾਲ ਚਲਾਉਂਦੇ ਨਹੀਂ, ਸਾਲ ਦੇ ਵਿੱਚ ਇੱਕ ਦਿਨ ਚਲਾ ਕੇ ਉਹਦੀ ਕਾਸਟ ਕੱਢਦੇ ਆ ਵੀ 11 ਰੁਪਏ ਪੈ ਗਈ। ਜੇ ਰੋਜ਼ ਯੂਨਿਟ ਸਾਡਾ ਚੱਲੇ 24 ਘੰਟੇ ਜਿਵੇਂ ਪਹਿਲਾਂ ਚੱਲਦੇ ਸੀ, ਤਾਂ ਸਾਡੀ ਜਿਹੜੀ ਰੋਪੜ ਥਰਮਲ ਦੀ ਬਿਜਲੀ ਆ 3.5 ਤੋਂ 4.25 ਰੁਪਏ ਪੈਂਦੀ ਹੈ। ਉਹਦੇ ਨਾਲ ਹੀ ਇਹ ਆ ਵੀ ਜੇ ਸਾਡੀ 1 ਰੁਪਏ ਯੂਨਿਟ ਬਿਜਲੀ ਵੈਸੇ ਹੋਰ ਜਿਹੜੀ ਹੈ ਕਿ ਸਸਤੀ ਪਵੇ, ਜੇ ਸਾਡੀ ਇੱਕ ਕੋਲ ਮਾਈਨ ਹੈਗੀ ਉਹ ਪਿਛਵਾੜਾ, ਜੇ ਉਹ ਇਹ ਚਾਲੂ ਕਰ ਲੈਂਦੇ ਆ, ਪਹਿਲਾਂ ਚਾਲੂ ਸੀਗੀ, ਤੁਸੀਂ ਦਿੰਦੇ ਨਹੀਂ ਸੁਝਾਅ ਫਿਰ ਸਰਕਾਰਾਂ ਨੂੰ? ਦਿੱਤੇ ਹੋਇਆ ਸੁਝਾਅ ਜੀ। ਇਹ ਸਾਰਾ ਕੁਝ ਜਿਹੜੀ ਸੈਂਟਰ ਸਰਕਾਰ ਹੈ, ਸਟੇਟ ਦੀਆਂ ਸਰਕਾਰਾਂ, ਇਹ ਸਾਰੀਆਂ ਪ੍ਰਾਈਵੇਟ ਵੱਲ ਵਧ ਰਹੀਆਂ। ਪਿੱਛੇ ਜੇ ਇੱਕ ਹੋਰ ਪਤਾ ਲੱਗਿਆ ਸੀ ਕਿ 8000 ਕਰੋੜ ਦਾ ਹੋਰ ਭਰਪਾਈ ਕਰਨੀ ਪੈਣੀ ਹੈਗੀ ਆ। ਉਹ ਇਹ ਹੈ ਵੀ ਹੁਣ ਪਿੱਛੇ ਜਿਹੜਾ ਕਿ ਪ੍ਰਾਈਵੇਟ ਜੋ ਯੂਨਿਟ ਹੈਗੇ, ਉਹਦੇ ਉੱਤੇ ਜਿਹੜਾ ਕੋਲਾ ਵਾਸ਼ ਆਇਆ ਉਹਦਾ ਪਿੱਛੇ 14,000 ਕਰੋੜ ਰੁਪਏ ਉਹਨਾਂ ਨੇ ਹਾਈ ਕੋਰਟ 'ਚ ਕੇਸ ਕਰਕੇ ਲੈ ਲਿਆ। ਉਹ ਜਿਹੜਾ ਬਿਜਲੀ ਮਹਿੰਗੀ ਹੋਈ ਲੋਕਾਂ ਤੇ ਬੋਝ ਪਾਇਆ ਪੰਜਾਬ ਦਿਆਂ ਤੇ। ਹੁਣ ਜਿਹੜਾ ਇੱਕ FGD ਸਿਸਟਮ ਲੱਗਣਾ ਹੈ, ਉਹ ਜੇ ਵੀ ਪ੍ਰਦੂਸ਼ਣ ਕਰਕੇ ਉਹਦੇ ਵਾਸਤੇ 8,000 ਕਰੋੜ ਰੁਪਇਆ ਮੰਗਦੇ ਆ ਉਹ। ਹੁਣ ਜੇ ਉਹ 8,000 ਕਰੋੜ ਲੈਣਗੇ ਹਾਈ ਕੋਰਟ ਚੋਂ, ਇਹ ਪੈਣਾ ਕਿਹਦੇ ਤੇ ਆ ਜਿਹੜਾ 8,000 ਕਰੋੜ? ਉਹ ਪੈਣਾ ਜਿਹੜੇ ਪੰਜਾਬ ਦੀ ਜਨਤਾ ਹੈ ਜੀ, ਪੰਜਾਬ ਦੇ ਲੋਕਾਂ ਤੇ ਬੋਝ ਪੈਣਾ। ਹੁਣ ਉਹਨਾਂ ਨੇ ਇੱਕ ਰਾਜਪੁਰੇ ਨੇ ਸੁਝਾਅ ਦਿੱਤਾ, ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਜਿਹੜੇ ਪੰਜਾਬ ਸਰਕਾਰ ਹੈ ਜਾਂ ਸਾਡੇ ਜਿਹੜੇ ਚੇਅਰਮੈਨ ਸਾਹਿਬ ਹੈ, ਉਹਨਾਂ ਨੇ ਇੱਕ ਚਿੱਠੀ ਇਹਨਾਂ ਨੂੰ ਲਿਖੀ ਹੈ, ਪ੍ਰੈਸ ਦੇ ਵਿੱਚ ਬਿਆਨ ਆ ਚੁੱਕਿਆ ਹੈ ਵੀ ਜਿਹੜਾ ਰਾਜਪੁਰਾ ਉਹ ਕਹਿੰਦੇ ਵੀ ਸਾਡਾ ਜਿਹੜਾ ਯੂਨਿਟ ਆ ਤੁਸੀਂ ਖਰੀਦ ਲਓ। ਅਸੀਂ ਕਹਿੰਦੇ ਆ, ਅਪੀਲ ਕਰਦੇ ਵੀ ਜਿਹੜਾ ਉਹ ਯੂਨਿਟ ਖਰੀਦਾ ਜਾਵੇ ਤਾਂ ਕਿ ਜਿਹੜੀ ਲੋਕਾਂ ਨੂੰ ਬਿਜਲੀ ਸਸਤੀ ਦਿੱਤੀ ਜਾਵੇ। ਉਹ ਜੇ ਯੂਨਿਟ ਚੱਲੂਗਾ ਤਾਂ ਸਾਡੇ ਜਿਹੜੀ ਪਿਛਵਾੜਾ ਕੋਲ ਮਾਈਨ ਹੈ ਉਹ ਵੀ ਚਾਲੂ ਹੋ ਜਾਏਗੀ। ਉਹਦੇ ਨਾਲ ਘੱਟੋ ਘੱਟ ਲੋਕਾਂ ਨੂੰ 2 ਰੁਪਏ 3 ਰੁਪਏ ਯੂਨਿਟ ਹੋਰ ਆ ਜਿਹੜੀ। ਇਹ ਸਭ ਤੋਂ ਵੱਡੀ, ਠੀਕ ਹੈ, ਸਭ ਤੋਂ ਵੱਡੀ ਸਮੱਸਿਆ ਆ ਚੁੱਕੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਕਿ ਬਿਜਲੀ ਬਹੁਤ ਜ਼ਿਆਦਾ ਮਹਿੰਗੀ ਮਿਲ ਰਹੀ ਹੈ, ਕਿ ਦੇਸ਼ ਦੇ ਵਿੱਚ ਦੂਜੇ ਤੀਜੇ ਨੰਬਰ ਤੇ ਆ ਗਿਆ ਪੰਜਾਬ ਮਤਲਬ। ਤੇ ਕਾਰਨ ਵੱਡਾ ਇੱਕ ਤਾਂ ਕਹਿੰਦੇ ਯੂਨਿਟ ਪੁਰਾਣੇ ਹੋ ਗਏ ਜਾਂ ਪ੍ਰਾਈਵੇਟਾਈਜੇਸ਼ਨ ਜ਼ਿਆਦਾ ਹੋ ਗਈ ਹੈ। ਕੋਈ ਯੂਨਿਟ ਪੁਰਾਣਿਆਂ ਦਾ ਕੋਈ ਚੱਕਰ ਨਹੀਂ, ਹਰ ਚੀਜ਼ ਦੀ ਮੇਨਟੇਨੈਂਸ ਹੈ, ਉਹਦੀ ਲਿਮਟ ਹੈ ਜੀ। ਪਰ ਜਿਹੜੀਆਂ ਨੀਤੀਆਂ ਹੈ ਸਰਕਾਰ ਦੀਆਂ, ਉਹ ਨੀਤੀਆਂ ਮਾੜੀਆਂ ਨੇ। ਜੇ ਨੀਤੀਆਂ ਅਸੀਂ ਚੰਗੀਆਂ ਰੱਖੀਏ, ਸਾਡੇ ਕੋਲ ਟ੍ਰੇਨਡ ਮੁਲਾਜ਼ਮ ਨੇ, ਹਰ ਚੀਜ਼ ਦੇ ਟ੍ਰੇਨਡ ਸਾਡੇ ਕੋਲ ਜਿਹੜੇ ਦਰਜਾ ਬਦਰਜਾ ਮੁਲਾਜ਼ਮ ਨੇ, ਉਹ ਦਿਨ ਰਾਤ ਕੰਮ ਕਰਦੇ ਆ। ਜਦੋਂ ਜਨਰੇਸ਼ਨ ਲਾਸ ਮਿਲਦਾ ਸੀ, ਇੱਕ ਪੀਐਨ ਤੋਂ ਲੈ ਕੇ ਚੀਫ ਇੰਜੀਨੀਅਰ ਤੱਕ, ਉਹ ਤਦੇ ਕੰਮ ਕਰਦੇ ਸੀ ਜਨਰੇਸ਼ਨ ਸੈਕਟਰ 'ਚ। ਹੁਣ ਜੇ ਰਾਜਪੁਰੇ ਵਾਲਾ ਪਲਾਂਟ ਹੈਂਡਓਵਰ ਕਰ ਲੈਂਦੇ ਆ, ਉਹ ਤਾਂ ਹੱਥ ਖੜੇ ਕਰ ਗਏ। ਉਹ ਤਾਂ ਕਹਿਤਾ ਕਹਿੰਦੇ ਜਿਹੜਾ ਉੱਥੇ ਪ੍ਰਦੂਸ਼ਣ ਯੰਤਰ ਲਾਉਣੇ ਆ, ਉਹ ਬਿਜਲੀ ਬੋਰਡ ਲਾਉਣੇ ਪੈਣੇ ਆ। ਤੇ ਅਸੀਂ ਬਣੇ ਬਣਾਏ ਸਮਾਨ ਨੂੰ, ਬਣੇ ਬਣਾਏ ਆਪਣੇ ਰੁਜ਼ਗਾਰ ਨੂੰ, ਬਣੇ ਬਣਾਏ ਆਪਣੇ ਘਰਾਂ ਨੂੰ ਉਜਾੜ ਰਹੇ ਆ ਗਲਤ ਨੀਤੀਆਂ ਕਾਰਨ। ਜਿਵੇਂ ਤੁਸੀਂ ਕਿਹਾ ਵੀ ਮੰਤਰੀ ਜੀ ਨੇ ਕਿਹਾ, ਇਹ ਕੋਈ ਜ਼ਰੂਰੀ ਨਹੀਂ ਵੀ ਮੰਤਰੀ ਜੀ ਖਜ਼ਾਨਾ ਮੰਤਰੀ ਬਣ ਕੇ ਉਹਨਾਂ ਨੂੰ ਥਰਮਲਾਂ ਬਾਰੇ ਜ਼ਿਆਦਾ ਪਤਾ ਹੈ। ਥਰਮਲਾਂ ਬਾਰੇ ਦਾ ਜਿਹੜਾ ਬੰਦਾ ਥਰਮਲ 'ਚ ਕੰਮ ਕਰਦਾ ਹੈ, ਜਿਹਨੇ ਕੋਲਾ ਫੱਕਿਆ ਹੈ, ਜਿਹੜਾ 4 ਰੁਪਏ ਦਿਹਾੜੀ ਤੇ ਲੱਗ ਕੇ SDO ਬਣਿਆ ਹੈ, ਥਰਮਲਾਂ ਬਾਰੇ ਤਾਂ ਉਹਨੂੰ ਪਤਾ ਹੈ। ਉਹਨਾਂ ਲੋਕਾਂ ਦੀ ਇਹ ਰਾਏ ਨਹੀਂ ਲੈਂਦੇ। ਤੇ ਜੇ ਜਥੇਬੰਦੀਆਂ ਗੱਲ ਕਰਦੀਆਂ, ਤਰਨੇ ਮੁਜ਼ਾਹਰੇ ਕਰਦੀਆਂ, ਪਰ ਡਾਇਰੈਕਟਰ ਤੱਕ ਜਿਹੜੇ ਪਹੁੰਚੇ ਹੋਏ ਬੰਦੇ ਨੇ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਫੈਸਲੇ ਲੈਂਦੇ ਨੇ। IAS ਅਫਸਰ ਨੇ, ਹੋਰ ਬਹੁਤ ਮੀਟਿੰਗਾਂ ਹੁੰਦੀਆਂ ਨੇ ਉੱਚ ਪੱਧਰੀਆਂ, ਕਹਿੰਦੇ ਫੇਰ ਫੈਸਲੇ ਲਏ ਜਾਂਦੇ ਨੇ। ਮੌਨਟੇਕ ਸਿੰਘ ਆਲੂਵਾਲੀਆ ਤੱਕ ਅਰਥ ਸ਼ਾਸਤਰੀ ਜਿਹੜੇ ਵੱਡੇ ਨੇ ਉਹ ਫੈਸਲੇ ਲੈ ਰਹੇ ਨੇ। ਜਿਹੜੀ ਪੇਮੈਂਟ ਪੰਜਾਬ ਸਰਕਾਰ ਰਾਜਪੁਰੇ ਨੂੰ ਦੇ ਰਹੀ ਹੈ, ਉਹ ਅੰਦਰੋਂ ਹਰ ਬੰਦੇ ਮੰਨਦੇ, ਨਾ ਮੈਂ ਕੋਡ ਨਹੀਂ ਕਰਦਾ ਵੀ ਇਹ ਗਲਤ ਫੈਸਲਾ ਹੋਇਆ ਹੋਇਆ। ਉਹ ਡਾਇਰੈਕਟਰ ਹੀ ਮੰਨਦੇ ਆ, ਲੇਕਿਨ ਅਸੀਂ ਥੋੜਾ ਕਿਹਦਾ ਨਾਂ ਲਵਾਂਗੇ। ਉਹ ਮੰਨਦੇ ਆ ਵੀ ਪਤਾ ਨਹੀਂ ਯਾਰ ਕਿਵੇਂ ਹੋਇਆ, ਇਹ ਹੋਣਾ ਨਹੀਂ ਸੀ ਚਾਹੀਦਾ। ਲੇਕਿਨ ਕਹਿਣਗੇ ਸਾਰੇ ਹੀ, ਪਰ ਥੋੜਾ ਟਾਈਮ ਵਿਆਹ ਕੇ ਕਹਿਣਗੇ ਜਦੋਂ ਉਹਨਾਂ ਦੇ ਆਪਣੇ ਅੰਦਰ ਨੂੰ ਸੇਕ ਲੱਗਿਆ। ਸਾਡੇ ਨੂੰ ਪਹਿਲਾਂ ਲੱਗ ਰਿਹਾ, ਉਹਨਾਂ ਦੇ ਨੂੰ ਬਾਅਦ ਚ ਲੱਗੂਗਾ। ਬਚ ਸਕਦਾ ਪੰਜਾਬ ਦੇ ਲੋਕਾਂ ਤੇ ਬੋਝ ਜਿਹੜਾ ਯੂਨਿਟਾਂ ਦਾ, ਬਹੁਤ ਮਹਿੰਗੀਆਂ ਯੂਨਿਟਾਂ ਦਾ ਬੋਝ। ਅੱਜ ਵੀ ਕੋਈ ਗੱਲ ਨਹੀਂ, ਰਾਜਪੁਰੇ ਵਾਲਾ ਪਲਾਂਟ ਲੈ ਲਿਆ ਜਾਵੇ, ਥਰਮਲ ਦੇ ਮੁਲਾਜ਼ਮਾਂ ਨੂੰ ਥਾਪੀ ਦਿੱਤੀ ਜਾਵੇ, ਉਹਨਾਂ ਨੂੰ ਹੌਸਲਾ ਦਿੱਤਾ ਜਾਵੇ।
ਕੋਈ ਗੱਲ ਨਹੀਂ, ਮੈਂ ਕਹਿੰਦਾ ਵੀ ਅਸੀਂ ਗਰੰਟੀਆਂ ਦੇਣ ਨੂੰ ਤਿਆਰ ਹੈ ਕਿ ਥਰਮਲਾਂ ਨੂੰ ਵਧੀਆ ਢੰਗ ਨਾਲ ਚਲਾਵਾਂਗੇ, ਵਧੀਆ ਢੰਗ ਨਾਲ ਮੇਨਟੇਨ ਕਰਾਂਗੇ ਔਰ ਇਹ ਸਸਤੀ ਤੋਂ ਸਸਤੀ ਬਿਜਲੀ ਪਊਗੀ। ਉਹ ਕਹਿੰਦੇ ਪੁਰਾਣੇ ਬੰਦੇ ਤਾਂ ਕੰਮ ਹੀ ਨਹੀਂ ਕਰਦੇ ਹੈਗੇ, ਬਸ ਧਰਨੇ ਹੜਤਾਲਾਂ ਤੱਕ ਹੀ ਉਹ ਸੀਮਤ ਤਾਂ ਇਹ ਵੀ ਕਹਿੰਦੇ ਪੰਜਾਬ ਪੁਲਿਸ ਕੰਮ ਨਹੀਂ ਕਰਦੀ, ਬਿਜਲੀ ਬੋਰਡ ਕੰਮ ਨਹੀਂ ਕਰਦਾ, ਟੀਚਰ ਕੰਮ ਨਹੀਂ ਕਰਦਾ, ਲੈਕਚਰਰ ਕੰਮ ਨਹੀਂ ਕਰਦਾ। ਵੀ ਕੰਮ ਕੌਣ ਕਰਦਾ? ਕੰਮ ਮਨਪ੍ਰੀਤ ਜੀ ਕਰਦੇ ਆ, ਕੰਮ ਸਰਕਾਰ ਕਰਦੀ ਹੈ। ਤੁਸੀਂ ਹੀ ਦੱਸੋ ਕੰਮ ਕੌਣ ਕਰਦਾ? ਮੈਂ ਤੁਹਾਡੇ ਮਾਧਿਅਮ ਤੇ ਪੁੱਛਦਾ, ਕੰਮ ਕੌਣ ਕਰ ਰਿਹਾ ਹੈ? ਮੁਲਾਜ਼ਮ ਹੀ ਕਰ ਰਹੇ ਨੇ। ਮੁਲਾਜ਼ਮ ਕਰ ਰਹੇ। ਅੱਜ ਰਾਤ ਨੂੰ ਲੋੜ ਪੈਂਦੀ ਤਾਂ ਮੈਂ ਜਾ ਰਿਹਾ, ਮੁਲਾਜ਼ਮ ਜਾ ਰਹੇ। ਸਾਡੀ ਡਿਊਟੀ ਕੋਈ ਮੰਤਰੀ ਜਾਂ ਡਾਇਰੈਕਟਰ ਕਰਦੇ ਆ? ਕਦੇ ਨਹੀਂ ਕਰਦੇ। ਅੱਛਾ, ਮੰਗਾਂ ਵੱਲ ਧਿਆਨ ਨਹੀਂ ਦਿੰਦੇ? ਮੰਗਾ ਕਦੇ ਵੀ ਨਹੀਂ। ਜਦੋਂ ਸਰਕਾਰ ਨਹੀਂ ਸੀਗੀ, ਸੱਤਾ ਵਿੱਚ ਆਉਣਾ ਸੀਗਾ, ਉਦੋਂ ਹੋਰ ਤਰ੍ਹਾਂ ਦੀ ਗੱਲਬਾਤ ਸੀ। ਉਦੋਂ ਸਾਰੇ ਹੀ ਕਹਿੰਦੇ ਸੀ ਅਸੀਂ ਆਹ ਕਰਾਂਗੇ। ਉਦੋਂ ਮੀਟਿੰਗਾਂ ਹੋਈਆਂ ਸੀ। ਤੁਸੀਂ ਦੇਖੋ ਪੰਜਾਬ ਦੀ ਅਰਾਜਕਤਾ, ਪੰਜਾਬ ਦੀ ਅਰਾਜਕਤਾ ਕਿ ਆਉਂਦੇ ਹੀ ਅਸੀਂ ਸਕੇਲ ਦੇ ਦਾਂਗੇ। ਪੇ ਕਮਿਸ਼ਨ ਆਉਣਾ ਹੈ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂ ਨਹੀਂ ਆਇਆ? ਅੱਜ ਕਰੋਨਾ ਨਾਲ ਬੰਦੇ ਮਾਰੇ, ਪੰਜਾਬ ਟੌਪ ਤੇ ਜਾ ਰਿਹਾ, ਕਿਉਂ ਮਰ ਰਿਹਾ? ਵੈਂਟੀਲੇਟਰ ਨਹੀਂ ਹੈ ਇਹਨਾਂ ਕੋਲ ਪੂਰੇ। 66 ਵੈਂਟੀਲੇਟਰ ਹੈ। ਜਿਹੜਾ ਬੰਦਾ ਵੈਂਟੀਲੇਟਰ ਤੇ ਚਲੇ ਗਿਆ ਉਹ ਬਚ ਜਾਂਦਾ, ਜਿਹੜਾ ਨਹੀਂ ਗਿਆ ਉਹਦੀ ਲਾਸ਼ ਆ ਜਾਂਦੀ ਹੈ। ਇਹ ਤਾਂ ਅਟਲ ਸਚਾਈਆਂ ਨੇ। ਅਸੀਂ ਅੱਜ ਬੋਲਦੇ ਆ, ਸਾਡਾ ਉਹਨਾਂ ਇਗਨੋਰ ਕਰ ਦੇਣਾ। ਜਦੋਂ ਇਹਨਾਂ ਦੇ ਆਪਣੇ ਘਰਾਂ ਤੱਕ ਸੇਕ ਲੱਗਦਾ ਕਿਸੇ ਵੀ ਬੰਦੇ ਦਾ, ਉਦੋਂ ਫਿਰ ਮੰਨਦਾ। ਜਦੋਂ ਅਸੀਂ ਕਿਸੇ ਮਸਲੇ ਨੂੰ, ਕਿਸੇ ਕਲੇਸ਼ ਨੂੰ, ਕਿਸੇ ਲੜਾਈ ਨੂੰ ਆਪਣੇ ਤੇ ਘਟਾ ਲਈਏ ਨਾ, ਝੱਟ ਫੈਸਲਾ ਹੋ ਜਾਂਦਾ। ਅੱਛਾ, ਨੀਤੀਆਂ ਦਾ ਫਰਕ ਹੈ ਤੁਹਾਨੂੰ ਹਾਲੇ ਵੀ ਲੱਗਦਾ? ਬਿਲਕੁਲ ਨੀਤੀਆਂ ਦਾ ਫਰਕ ਹੈ। ਗਲਤ ਨੀਤੀਆਂ ਬਣਾਈਆਂ ਗਈਆਂ, ਉਹਨਾਂ ਨੂੰ ਲਾਗੂ ਕੀਤਾ ਗਿਆ। ਆਪਣੇ ਆਪ ਨੂੰ ਦੇ ਕੇ ਅੱਜ ਵੀ ਢੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ। ਜੇ ਆਪਣੇ ਸਾਰੇ ਸਿਸਟਮ ਨੂੰ ਉਹ ਜਿਉਂ ਦਾ ਤਿਉਂ ਚਲਾ ਲੈਣ, ਜਥੇਬੰਦੀਆਂ ਨਾਲ, ਅਫੀਸਰ ਐਸੋਸੀਏਸ਼ਨਾਂ ਨਾਲ, ਸਾਰਿਆਂ ਨਾਲ ਇਹ ਗੱਲਬਾਤ ਕਰਕੇ ਇਹ ਸਿਸਟਮ ਫੈਸਲੇ ਲੈ ਲੈਣ। ਜੇ ਫੈਸਲਾ 21 ਚ ਲਿਆ ਜਾਂਦਾ ਤਾਂ ਉਹ ਮੁਲਾਜ਼ਮ ਜਿਹੜੇ ਕੰਮ ਕਰਦੇ ਉਹ ਰੱਖ ਲਏ ਜਾਣ। ਜਥੇਬੰਦੀਆਂ ਨੂੰ ਕੀ ਇਤਰਾਜ਼ ਹੈ ਵੀ ਜੇ ਕੋਈ ਪੋਸਟ 10 ਸਾਲ ਤੇ ਖਾਲੀ ਪਈ ਹੈ, ਜਿਹੜੀਆਂ ਖਾਲੀ ਪਈਆਂ ਉਹ ਕੱਟੀਆਂ ਨਹੀਂ, ਜਿਹੜੀਆਂ ਭਰੀਆਂ ਹੋਈਆਂ ਉਹ ਕੱਟ ਲੀਆਂ। ਹੁਣ ਐਡੇ ਵੱਡੇ ਅਦਾਰੇ, ਐਡੀਆਂ ਬੜੀਆਂ ਜ਼ਮੀਨਾਂ ਭੰਗਦੇ ਪਾੜੇ ਜਾਣਗੇ। ਕੀ ਕਰ ਲੈਣਗੇ ਉੱਥੇ ਬਿਰਨਰ ਦੀਆਂ ਝੀਲਾਂ 'ਚ? ਕੀ ਪਰਾਲੀ ਨਾਲ ਪਲਾਟ ਚਲਾਏ? ਕੀ ਕਰ? ਚਲੋ ਜਾਂਦੇ ਜਾਂਦੇ ਹੋਰ ਕੀ ਕੁਝ ਕਹਿਣਾ ਚਾਹੁੰਦੇ ਹੋ ਜੀ? ਹੋਰ ਅਸੀਂ ਸਰ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਪੰਜਾਬ ਸਰਕਾਰ, ਜਿਹੜੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ, ਇਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਪੰਜਾਬ ਦੀ ਜਨਤਾ ਨਾਲ ਕਿ ਜਿਹੜੇ ਬਿਜਲੀ ਹੈ, ਪ੍ਰਾਈਵੇਟ ਯੂਨਿਟ ਲੱਗੇ ਆ, ਉਹ ਇਹ ਮਹਿੰਗੀ ਪੈਂਦੀ ਹੈ ਸਾਨੂੰ, ਅਸੀਂ ਉਹਨਾਂ ਦਾ ਰਿਵਿਊ ਕਰਾਂਗੇ, ਪਰ ਵਾਈਟ ਪੇਪਰ ਜਾਰੀ ਕਰਾਂਗੇ। ਉਹ ਹੁਣ ਜਿਹੜੇ ਉਹ ਸਮਝੌਤੇ ਜਿਹੜੀਆਂ ਨੇ ਗੱਲਾਂ ਕਿ ਉਹਨਾਂ ਤੋਂ ਮੁੱਕਰ ਗਏ ਆ। ਕੋਈ ਵਾਈਟ ਪੇਪਰ ਜਾਰੀ ਨਹੀਂ ਕੀਤਾ, ਕੋਈ ਰਿਵਿਊ ਨਹੀਂ ਕੀਤਾ। ਜੇ ਰਿਵਿਊ ਕਰਦੇ ਆ, ਉਹ ਸਮਝੌਤੇ ਲਾਗੂ ਕਰਦੇ ਆ ਸਾਡੇ ਨਵੇਂ ਸਿਰੇ ਤੋਂ, ਤਾਂ ਸਾਡਾ ਜਿਹੜੇ ਪੰਜਾਬ ਦੀ ਜਨਤਾ ਹੈ, ਪੰਜਾਬ ਦਾ ਭਵਿੱਖ ਹੈ, ਆਉਣ ਵਾਲੇ ਜਿਹੜੇ ਸਾਡੇ ਨੌਜਵਾਨ ਹੈ ਜਿਹਨਾਂ ਨੂੰ ਨੌਕਰੀਆਂ ਮਿਲਣੀਆਂ, ਉਹਨਾਂ ਦਾ ਸਾਰਿਆਂ ਦਾ ਭਵਿੱਖ ਹੈ ਜਿਹੜਾ ਉਹ ਸੁਰੱਖਿਅਤ ਰਹਿ ਸਕਦਾ ਗਾ। ਠੀਕ ਠੀਕ, ਹਾਂਜੀ। ਇਹਦੇ ਵਿੱਚ ਲਾਸ ਇਹ ਹੈ ਕਿ ਜੇ ਉਹ ਜਿਉਂ ਦਾ ਤਿਉਂ ਇਸ ਸਿਸਟਮ ਨੂੰ ਰੱਖ ਲੈਣ ਤਾਂ ਪੰਜਾਬ ਦੇ ਲੋਕਾਂ ਦਾ ਫਾਇਦਾ, ਪੰਜਾਬ ਸਰਕਾਰ ਦਾ ਫਾਇਦਾ, ਸਾਡੇ ਪੈਸੇ ਦਾ ਫਾਇਦਾ, ਨੌਜਵਾਨਾਂ ਦੀਆਂ ਨੌਕਰੀਆਂ ਦਾ ਫਾਇਦਾ। ਤਾਂ ਇਹਦੇ ਨਾਲ ਨਾਲ ਮੈਂ ਆਪਣੀ ਜਥੇਬੰਦੀ ਵੱਲੋਂ ਤੁਹਾਡਾ, ਤੁਹਾਡੇ ਚੈਨਲ ਰਾਹੀਂ ਇਹ ਕਹਿਣਾ ਚਾਹੁੰਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਰੋਪੜ ਥਰਮਲ ਚ ਪਹੁੰਚ ਕੇ ਸਾਡੇ ਇੱਥੇ ਆਵਾਜ਼ ਨੂੰ, ਸਾਡੀ ਨੂੰ ਅੱਗੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਰਾਣਾ ਜੀ ਤੁਹਾਡਾ। ਜੀ ਸੋ ਬਹੁਤ ਧੰਨਵਾਦ। ਇਸ ਵੇਲੇ ਗੱਲਬਾਤ ਅਸੀਂ ਕੀਤੀ ਹੈ, ਜਿਹੜੀ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਨੀਤੀਆਂ ਦਾ ਫਰਕ ਹੈ। ਚੰਗੀਆਂ ਨੀਤੀਆਂ ਬਣਾਈਆਂ ਜਾਣ ਤਾਂ ਸਭ ਕੁਝ ਸਹੀ ਹੋ ਸਕਦਾ ਹੈ। ਜੇ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਜੇਕਰ ਸੁਪਰ ਥਰਮਲ ਪਾਵਰ ਪਲਾਂਟ ਇੱਥੇ ਬਣਿਆ ਹੈ ਤਾਂ ਉਹ ਚੱਲਦਾ ਰਹਿਣਾ ਚਾਹੀਦਾ। 2 ਯੂਨਿਟ ਬੰਦ ਹੋ ਗਏ ਨੇ ਤੇ ਬਾਕੀ ਵੀ ਬੰਦ ਹੋ ਜਾਣਗੇ ਜੇਕਰ ਨੀਤੀਆਂ ਸਹੀ ਨਾ ਰਹੀਆਂ। 1049 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਨੇ। 2167 ਅਸਾਮੀਆਂ ਬਠਿੰਡਾ ਥਰਮਲ ਦੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਬਠਿੰਡਾ ਥਰਮਲ ਬੰਦ ਕਰ ਦਿੱਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕੀ ਕੁਝ ਹੋਰ ਹੁੰਦਾ ਹੈ। ਫਿਲਹਾਲ ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।